देश दुनिया की हर वड्डी खबर के लिए हुणे डाउनलोड करो नंबर 1 न्यूज़ ऐप दैनिक सवेरा टाइम्स। कि जो किसानों के विरुद्ध इन्होंने आर्डीनेंस जारी किए आ उन्होंने जल्द तो जल्द वापस लवे। जो भी अचीवमेंट आ मेरे मैडल आ गोल्ड मैडल आ वो मेरे लिए कोई महना नहीं रखते, वो मेरे लिए कोई महना ज़्यादा नहीं रखते क्योंकि जब मेरी किसानी ही डावाडोल हो गई आ। खुशी अपने मैडल प्राप्त करने ते नहीं हुई जिन्ना दुख मैनू ਇਹ ਆਰਡੀਨੈਂਸ ਜਾਰੀ ਹੋਣ ਤੇ ਹੋਇਆ ਆ। ਸਾਡੇ ਲਈ ਕਿਸਾਨੀ ਸਾਡੇ ਲਈ ਜ਼ਮੀਨ ਸਭ ਤੋਂ ਪਹਿਲਾਂ ਹੈ, ਉਹ ਸਾਡੀ ਮਾਂ ਹੈ ਕਿਉਂਕਿ ਮਾਂ ਨੂੰ ਬਚਾਉਣਾ ਪਹਿਲਾਂ ਹੈ। ਸਾਡੇ ਲਈ ਇਹ ਮੈਡਲ ਕੋਈ ਹੁਣ ਮਾਇਨੇ ਨਹੀਂ ਰੱਖਦਾ। ਕਿਸਾਨ ਅੰਦੋਲਨ ਨੂੰ ਖਿਡਾਰੀਆਂ ਨੇ ਵੀ ਵੱਡੇ ਪੱਧਰ ਤੇ ਸਮਰਥਨ ਦਿੱਤਾ ਹੈ। ਪੰਜਾਬ 'ਚੋਂ ਕਈ ਇਹੋ ਜਿਹੇ ਖਿਡਾਰੀ ਨੇ ਜਿਨ੍ਹਾਂ ਨੇ ਕੌਮੀ ਤੇ ਕੌਮਾਂਤਰੀ ਪੱਧਰ ਤੇ ਵੱਡੀਆਂ ਮੱਲਾਂ ਮਾਰੀਆਂ ਤੇ ਖੇਤੀ ਬਿੱਲਾਂ ਤੋਂ ਨਿਰਾਸ਼ ਹੋ ਕੇ ਆਖਰਕਾਰ ਕੇਂਦਰ ਨੂੰ ਕੌਮੀ ਤੇ ਕੌਮਾਂਤਰੀ ਪੱਧਰ ਦੇ ਮਿਲੇ ਹੋਏ ਸਨਮਾਨ ਵਾਪਸ ਕਰਨ ਨੂੰ ਮਜਬੂਰ ਹੋਣਾ ਪਿਆ। ਬਾਡੀ ਬਿਲਡਿੰਗ ਦੀ ਦੁਨੀਆ ਨਾਲ ਜੁੜੇ ਅਜਿਹੇ ਹੀਰੇ ਦੇ ਨਾਲ ਅਸੀਂ ਅੱਜ ਤੁਹਾਨੂੰ ਮਿਲਾਵਾਂਗੇ ਜਿਨ੍ਹਾਂ ਦੀਆਂ ਕੌਮੀ ਤੇ ਕੌਮਾਂਤਰੀ ਪੱਧਰ ਦੇ ਉੱਤੇ ਵੱਡੀਆਂ ਮੱਲਾਂ ਨੇ, ਪਰ ਕਿਸਾਨ ਦੇ ਪੁੱਤ ਨੇ, ਮਿੱਟੀ ਦੇ ਪੁੱਤ ਨੇ, ਕੇਂਦਰ ਦੇ ਖੇਤੀ ਬਿੱਲਾਂ ਤੋਂ ਨਿਰਾਸ਼ ਹੋ ਕੇ ਕੇਂਦਰ ਸਰਕਾਰ ਨੂੰ ਆਪਣੇ ਇਨਾਮ ਵਾਪਸ ਕਰਨ ਦੇ ਲਈ ਪਹੁੰਚੇ ਨੇ। ਕਿਸਾਨ ਅੰਦੋਲਨ ਦੇ ਵਿੱਚ ਉਹਨਾਂ ਨੇ ਆਪਣੀ ਹਾਜ਼ਰੀ ਲਵਾਈ ਹੈ ਤੇ ਮੰਚ ਤੋਂ ਇਹ ਐਲਾਨ ਵੀ ਕਰ ਦਿੱਤਾ ਹੈ। ਜੀਰਾ ਦੇ ਰਹਿਣ ਵਾਲੇ ਹੀਰਾ ਸਿੰਘ ਦੇ ਨਾਲ ਅਸੀਂ ਤੁਹਾਨੂੰ ਮਿਲਾ ਲਿਆ ਜਿਨ੍ਹਾਂ ਦੀਆਂ ਬਾਡੀ ਬਿਲਡਿੰਗ ਦੇ ਖੇਤਰ ਦੇ ਵਿੱਚ ਉਪਲਬਧੀਆਂ ਨੂੰ ਲੈ ਕੇ ਵੀ ਗੱਲਬਾਤ ਕਰਾਂਗੇ ਤੇ ਕੀ ਸੋਚਦੇ ਨੇ ਇਹਨਾਂ ਖੇਤੀ ਬਿੱਲਾਂ ਨੂੰ ਲੈ ਕੇ, ਇਸ ਕਿਸਾਨ ਅੰਦੋਲਨ ਨੂੰ ਲੈ ਕੇ ਇਸ ਬਾਰੇ ਵੀ ਗੱਲਬਾਤ ਕਰਾਂਗੇ। ਹੀਰਾ ਸਿੰਘ, ਤੁਹਾਡੀਆਂ ਮੈਡਲ, ਤੁਹਾਡੀ ਗੁਰਜ, ਤੁਹਾਡੇ ਸਰਟੀਫਿਕੇਟ ਦੇਖ ਕੇ ਪਹਿਲੀ ਨਜ਼ਰ ਹੀ ਤੁਹਾਡੇ ਕਿ ਤੁਸੀਂ ਕਿਸ ਪੱਧਰ ਦੇ ਖਿਡਾਰੀ ਹੋ ਇਸ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ, ਪਰ ਇੱਕ ਵਾਰੀ ਤੁਸੀਂ ਆਪਦੀ ਜ਼ੁਬਾਨੀ ਦੱਸੋ ਕਿ ਕਿਸ ਲੈਵਲ ਤੱਕ ਤੁਸੀਂ ਹੁਣ ਤੱਕ ਪਰਫਾਰਮ ਕਰ ਚੁੱਕੇ ਹੋ, ਕਿਹੜੇ ਮੈਡਲ ਉਪਲਬਧੀਆਂ ਹੈਗੀਆਂ ਨੇ ਤੁਹਾਡੇ ਕੋਲੇ? ਮੈਂ ਹੀਰਾ ਸਿੰਘ ਸੰਧੂ ਜੀਰੇ ਦਾ ਰਹਿਣ ਵਾਲਾ ਆ। ਮੈਂ ਬਾਡੀ ਬਿਲਡਿੰਗ 2005 ਦੇ ਵਿੱਚ ਸ਼ੁਰੂ ਕੀਤੀ ਸੀਗੀ। ਉਸ ਤੋਂ ਬਾਅਦ ਮੇਰੀ ਸਿਲੈਕਸ਼ਨ ਅੱਗੇ ਤੋਂ ਅੱਗੇ ਹੁੰਦੀ ਗਈ ਤੇ ਮੈਂ ਕੌਮਾਂਤਰੀ ਪੱਧਰ ਦੇ 2 골ਡ ਮੈਡਲ ਜਿੱਤ ਚੁੱਕਿਆ ਮਿਸਟਰ ਇੰਡੀਆ ਦੇ ਖਿਤਾਬ ਨਾਲ। ਉਸ ਤੋਂ ਬਾਅਦ ਮੇਰੀ ਸਿਲੈਕਸ਼ਨ ਏਸ਼ੀਅਨ ਗੇਮ ਜੋ ਕਿ ਸਿੰਗਾਪੁਰ ਦੇ ਵਿੱਚ ਹੋਈਆਂ ਸੀਗੀਆਂ ਏਸ਼ੀਅਨ ਗੇਮਾਂ, ਉਹਦੇ ਵਿੱਚ ਮੈਂ ਕੌਮਾਂਤਰੀ ਪੱਧਰ ਦੇ ਲੈਵਲ ਦੇ ਕੰਪੀਟੀਸ਼ਨ ਖੇਡੇ ਆ ਤੇ ਮੇਰੇ 2 골ਡ ਮੈਡਲ ਮੈਂ ਅਚੀਵ ਕੀਤੇ ਆ। ਮੈਂ ਇੰਡੀਆ ਨੂੰ ਰਿਪਰੈਜ਼ੈਂਟ ਕੀਤਾ ਸੀਗਾ। ਮੇਰਾ ਇੱਥੇ ਅੰਦੋਲਨ ਦੇ ਵਿੱਚ ਪਹੁੰਚਣ ਦਾ ਮੇਨ ਮਕਸਦ ਇਹੀ ਆ ਕਿ ਮੈਂ ਜੋ ਕਿ ਮੋਦੀ ਸਰਕਾਰ ਨੇ ਇੱਕ ਬਹੁਤ ਹੀ ਧੱਕੇ ਦੇ ਨਾਲ ਕਹਿ ਸਕਦੇ ਆ ਕਿ ਉਹਨਾਂ ਨੇ 3 ਆਰਡੀਨੈਂਸ ਕਿਸਾਨਾਂ ਦੇ ਵਿਰੁੱਧ ਜਾਰੀ ਕੀਤੇ ਆ। ਉਹ ਕਿਸਾਨਾਂ ਦੇ ਵਿਰੁੱਧ ਜੋ ਆਰਡੀਨੈਂਸ ਜਾਰੀ ਹੋਏ ਆ ਉਹਨਾਂ ਦਾ ਬਹੁਤ ਦੁੱਖ ਲੱਗਿਆ ਮੈਨੂੰ। ਮੈਂ ਇੱਕ ਕਿਸਾਨ ਦਾ ਪੁੱਤ ਹੋਣ ਦੇ ਨਾਤੇ, ਕਿਉਂਕਿ ਮੇਰੀ ਅਚੀਵਮੈਂਟ ਤਾਂ ਹੀ ਬਰਕਰਾਰ ਰਹੂਗੀ ਜੇ ਕਿ ਕਿਸਾਨ ਠੀਕ ਢੰਗ ਨਾਲ ਉਹਨੂੰ ਖੇਤੀ ਦੇ ਧੰਦੇ ਦੇ ਵਿੱਚ ਉਹਨੂੰ ਸਹੀ ਫਸਲ ਦਾ ਮੁੱਲ ਮਿਲ ਸਕੇ। ਮੇਰੀ ਗੇਮ ਵੀ ਤਾਂ ਹੀ ਬਰਕਰਾਰ ਰਹਿ ਸਕਦੀ ਆ ਜੇਕਰ ਕਿਸਾਨ ਖੁਸ਼ਹਾਲ ਆ, ਕਿਉਂਕਿ ਮੈਂ ਇੱਕ ਛੋਟੇ ਜਿਹੇ ਪਰਿਵਾਰ ਦੇ ਵਿੱਚੋਂ ਉੱਠ ਕੇ ਮਿੱਟੀ ਦੇ ਨਾਲ ਮਿੱਟੀ ਹੋਇਆ ਆ ਤੇ ਮੈਂ ਘਰੇਲੂ ਖੁਰਾਕ ਖਾ ਕੇ ਜ਼ਿਆਦਾ ਆਪਣੇ ਅਚੀਵਮੈਂਟ ਆਪਣੇ ਮੈਡਲ ਪ੍ਰਾਪਤ ਕੀਤੇ ਆ, ਇੱਕ ਦੇਸੀ ਘਿਓ ਦੁੱਧ ਦਹੀਂ ਖਾ ਕੇ। ਤੇ ਮੈਂ ਮੋਦੀ ਸਰਕਾਰ ਨੂੰ ਇਹ ਅਪੀਲ ਕਰਦਾ ਆ ਕਿ ਜੋ ਕਿਸਾਨਾਂ ਦੇ ਵਿਰੁੱਧ ਇਹਨਾਂ ਨੇ ਆਰਡੀਨੈਂਸ ਜਾਰੀ ਕੀਤੇ ਆ ਉਹਨੂੰ ਜਲਦ ਤੋਂ ਜਲਦ ਵਾਪਸ ਲਵੇ। ਤੇ ਮੈਂ ਹੁਣ ਤੱਕ ਮੇਰੇ ਜੋ ਵੀ ਅਚੀਵਮੈਂਟ ਆ ਮੇਰੇ ਮੈਡਲ ਆ ਗੋਲਡ ਮੈਡਲ ਆ ਉਹ ਮੇਰੇ ਲਈ ਕੋਈ ਮਹਿਣਾ ਨਹੀਂ ਰੱਖਦੇ, ਉਹ ਮੇਰੇ ਲਈ ਕੋਈ ਮਹਿਣਾ ਜ਼ਿਆਦਾ ਨਹੀਂ ਰੱਖਦੇ ਕਿਉਂਕਿ ਜਦ ਮੇਰੀ ਕਿਸਾਨੀ ਹੀ ਡਾਵਾਡੋਲ ਹੋ ਗਈ ਆ ਕਿ ਕਿਸਾਨੀ ਹੀ ਮੇਰੀ ਖਤਰੇ ਦੇ ਵਿੱਚ ਆ। ਅੱਜ ਤੁਸੀਂ ਦੇਖ ਰਹੇ ਹੋ ਕਿਸਾਨਾਂ ਨੂੰ 1 ਮਹੀਨੇ ਤੋਂ ਇੱਥੇ ਜ਼ਿਆਦਾ ਦੇਰ ਹੋ ਗਈ ਆ ਕਿ ਸੜਕਾਂ ਦੇ ਉੱਤੇ ਸੌਣ ਲਈ ਮਜਬੂਰ ਆ। ਪਰ ਮੈਂ ਇਹ ਵੀ ਜਾਣਨਾ ਚਾਹਨਾ ਕਿਉਂਕਿ ਖਿਡਾਰੀ ਜਿਹੜੇ ਨੇ, ਖਿਡਾਰੀਆਂ ਦੀ ਸਾਰੀ ਜ਼ਿੰਦਗੀ ਦੀ ਕਮਾਈ ਹੈ, ਤੁਹਾਡੀ ਸਾਰੀ ਜ਼ਿੰਦਗੀ ਦੀ ਕਮਾਈ ਹੈ, ਤੁਹਾਡੇ ਮੈਡਲ, ਤੁਹਾਡੀ ਗੁਰਜ, ਮਤਲਬ ਕਿੰਨਾ ਕੁ ਦੁੱਖ ਲੱਗਾ ਮਨ ਨੂੰ ਵੀ ਵਾਪਸ ਕਰਨੇ ਪੈ ਰਹੇ? ਇਹਨਾਂ ਦੇ ਜਿੱਤਣ ਦੀ ਖੁਸ਼ੀ ਜ਼ਿਆਦਾ ਸੀਗੀ ਕਿ ਅੱਜ ਜ਼ਿਆਦਾ ਦੁੱਖ ਹੈਗਾ ਕਿ ਵਾਪਸ ਕਰਨੇ ਪੈ ਰਹੇ ਨੇ? ਸਾਰੀ ਜ਼ਿੰਦਗੀ ਦੇ ਦਿੱਤੀ ਤੁਸੀਂ ਇਸ ਖੇਡ ਨੂੰ, ਇਸ ਦੇ ਵਿੱਚ ਇੰਨੀਆਂ ਉਪਲਬਧੀਆਂ ਹਾਸਲ ਕਰਨ ਵਾਲੀਆਂ, ਕੋਈ ਲੋਕ ਸਾਰੀ ਜ਼ਿੰਦਗੀ ਲਾ ਕੇ ਵੀ ਇੰਨੀਆਂ ਉਪਲਬਧੀਆਂ ਹਾਸਲ ਨਹੀਂ ਕਰ ਪਾਉਂਦੇ। ਸਰ ਦੁੱਖ ਤੇ ਹੁੰਦਾ ਹੀ ਆ ਕਿ ਮਿਹਨਤ ਪਸੀਨੇ ਦੇ ਨਾਲ ਇੱਕ ਮੈਡਲ ਲੈਣਾ, ਜ਼ਿਲ੍ਹੇ ਲੈਵਲ ਤੋਂ ਮੈਡਲ ਲੈਣਾ ਹੀ ਬਹੁਤ ਮੁਸ਼ਕਿਲ ਹੋ ਜਾਂਦਾ ਆ। ਮੈਂ ਫਿਰ ਵੀ ਆਪਣੀ ਮਿਹਨਤ ਦੇ ਸਦਕਾ 2 ਵਾਰਾਂ ਇੰਡੀਆ ਵਿੱਚੋਂ 골ਡ ਔਰ 2 ਵਾਰਾਂ ਏਸ਼ੀਅਨ ਗੇਮ ਦੇ ਵਿੱਚੋਂ 골ਡ ਮੈਡਲ ਹਾਸਲ ਕਰ ਚੁੱਕੇ ਹਾਂ। ਪਰ ਉਹਨਾਂ ਮੈਨੂੰ
ਖੁਸ਼ੀ ਆਪਣੇ ਮੈਡਲ ਪ੍ਰਾਪਤ ਕਰਨ ਤੇ ਨਹੀਂ ਹੋਈ, ਜਿੰਨਾ ਦੁੱਖ ਮੈਨੂੰ ਇਹ ਆਰਡੀਨੈਂਸ ਜਾਰੀ ਹੋਣ ਤੇ ਹੋਇਆ ਆ। ਮੈਂ ਇਹੀ ਅਪੀਲ ਕਰਦਾ ਮੋਦੀ ਸਰਕਾਰ ਨੂੰ ਕਿ ਇਹ ਕਿਸਾਨ ਮਾਰੂ ਜੋ ਬਿੱਲ ਭੇਜੇ ਗਏ ਆ ਸੈਂਟਰ ਦੇ ਵਿੱਚ, ਉਹਨਾਂ ਨੂੰ ਜਲਦ ਤੋਂ ਜਲਦ ਵਾਪਸ ਲਵੇ। ਪਰਿਵਾਰ ਤੁਹਾਡੇ ਪਤਨੀ ਆਏ ਹੋਏ ਨੇ ਇੱਥੇ, ਤੁਹਾਡਾ ਕੀ ਨਾਮ ਹੈ? ਰਵਿੰਦਰ ਕੌਰ। ਅੱਛਾ ਰਵਿੰਦਰ ਜੀ, ਤੁਹਾਡੀ ਕੀ ਰਾਏ ਹੈਗੀ ਆ, ਕਿਸ ਤਰ੍ਹਾਂ ਦਾ ਤੁਹਾਨੂੰ ਮਹਿਸੂਸ ਹੋਇਆ ਜਦੋਂ ਹੀਰਾ ਸਿੰਘ ਹੁਣਾਂ ਨੇ ਸੋਚ ਲਿਆ ਵੀ ਮੈਂ ਹੁਣ ਮੈਡਲ ਵਾਪਸ ਕਰਨੇ ਆ, ਕਿਉਂਕਿ ਤੁਸੀਂ ਜੀਵਨ ਸਾਥੀ ਉਹਨਾਂ ਦੇ? ਹਾਂਜੀ, ਦੁੱਖ ਤੇ ਹੁੰਦਾ ਹੈ ਕਿਉਂਕਿ ਪੂਰੀ ਲਾਈਫ ਦੀ ਮਿਹਨਤ ਹੈ। ਲੋਹੇ ਦੇ ਨਾਲ ਲੋਹਾ ਬਣਨਾ ਬਹੁਤ ਮੁਸ਼ਕਿਲ ਹੈ, ਕਿਉਂਕਿ ਡਿਸੇਬਲ ਹੋਣ ਦੇ ਬਾਵਜੂਦ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ। ਇਹਨਾਂ ਦੀ ਮਿਹਨਤ ਨੂੰ ਮੈਂ ਹਮੇਸ਼ਾ ਸਲਾਮ ਕਰਦੀ ਹਾਂ। ਬਟ ਇਸ ਗੱਲ ਦਾ ਦੁੱਖ ਹੈ ਕਿਉਂਕਿ ਮੈਂ ਵੀ ਇਸ ਪਰਿਵਾਰ ਦੇ ਵਿੱਚ ਹਾਂ, ਠੀਕ ਹੈ, ਮੈਂ ਵੀ ਕਿਸਾਨ ਦੀ ਨੂੰਹ ਹਾਂ, ਤੇ ਉਸ ਦੇ ਹੋਣ ਦੇ ਬਾਵਜੂਦ ਇਸ ਕਰਕੇ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਹੁਣ ਅਸੀਂ ਆਪਣੇ ਲਈ, ਆਪਣੇ ਕਿਸਾਨਾਂ ਲਈ ਕੁਝ ਕਰ ਸਕੀਏ, ਤੇ ਅਸੀਂ ਇਹੀ ਡਿਸੀਜਨ ਲਿਆ ਹੈ ਕਿ ਸਾਡੇ ਲਈ ਇਹ ਮੈਡਲ ਹੁਣ ਕੋਈ ਮਾਇਨੇ ਨਹੀਂ ਰੱਖਦੇ ਹੈਗੇ। ਇਹਨਾਂ ਨੂੰ ਵਾਪਸ ਕਰਕੇ ਅਸੀਂ ਮੋਦੀ ਸਰਕਾਰ ਨੂੰ ਇਹੀ ਅਪੀਲ ਕਰਦੇ ਹਾਂ ਕਿ ਸਾਡੀ ਕਿਸਾਨਾਂ ਦੀ ਸੁਣੀ ਜਾਵੇ। ਹੀਰਾ ਸਿੰਘ ਉਹਨਾਂ ਨੇ ਬੜੀ ਖੂਬਸੂਰਤ ਗੱਲ ਕਹੀ, ਕਹਿੰਦੇ ਮੈਨੂੰ ਮੈਡਲ ਜਿੱਤਣ ਦੀ ਇੰਨੀ ਖੁਸ਼ੀ ਨਹੀਂ ਹੋਈ ਸੀਗੀ ਜਿੰਨਾ ਦੁੱਖ ਮੈਨੂੰ ਬਿੱਲ ਪਾਸ ਕਰਨ ਦਾ ਹੋਇਆ, ਜਿਹਦੀ ਵਜ੍ਹਾ ਨਾਲ ਮੈਂ ਮੈਡਲ ਵਾਪਸ ਦਿੱਤੇ ਆ। ਤੁਹਾਨੂੰ ਕੀ ਲੱਗਾ, ਤੁਸੀਂ ਕੀ ਮਹਿਸੂਸ ਕੀਤਾ ਉਸ ਸਮੇਂ ਜਦੋਂ ਇਹ ਗੱਲਬਾਤ ਹੋਈ ਕਿ ਮੈਡਲ ਵਾਪਸ ਕਰ ਦੇਣੇ? ਹਾਂਜੀ, ਇੱਕ ਵਾਰੀ ਦੁੱਖ ਤੇ ਹੁੰਦਾ ਹੈ ਕਿ ਹਾਂ ਪੂਰੀ ਲਾਈਫ ਦੀ ਮਿਹਨਤ ਹੈ, ਦੇਣੀ ਵਾਪਸ ਬਹੁਤ ਮੁਸ਼ਕਿਲ ਹੈ, ਬਟ ਇਹ ਜ਼ਰੂਰੀ ਸੀ, ਇਹ ਡਿਸੀਜਨ ਲੈਣਾ ਜ਼ਰੂਰੀ ਸੀ ਕਿਉਂਕਿ ਅਸੀਂ ਕਿਸਾਨ ਆ। ਸਾਡੇ ਲਈ ਕਿਸਾਨੀ, ਸਾਡੇ ਲਈ ਜ਼ਮੀਨ ਸਭ ਤੋਂ ਪਹਿਲਾਂ ਹੈ, ਉਹ ਸਾਡੀ ਮਾਂ ਹੈ, ਕਿਉਂਕਿ ਮਾਂ ਨੂੰ ਬਚਾਉਣਾ ਪਹਿਲਾਂ ਹੈ। ਸਾਡੇ ਲਈ ਇਹ ਮੈਡਲ ਕੋਈ ਹੁਣ ਮਾਇਨੇ ਨਹੀਂ ਰੱਖਦੇ। ਤੁਸੀਂ ਕੱਲ ਵੀ ਬਹੁਤ ਸਾਰੇ ਖਿਡਾਰੀ ਇੱਥੇ ਆਏ ਸੀਗੇ, ਕਰਤਾਰ ਪਹਿਲਵਾਨ ਹੁਣਾਂ ਦੀ ਅਗਵਾਈ ਦੇ ਵਿੱਚ। ਉਹ ਕਹਿੰਦੇ ਵੀ ਸਾਨੂੰ ਰਾਸ਼ਟਰਪਤੀ ਕੋਲ ਸਮਾਂ ਮਿਲਿਆ ਨਹੀਂ, ਸਾਨੂੰ ਸਮਾਂ ਮੰਗਿਆ ਸੀਗਾ ਤੇ ਹੁਣ ਅਸੀਂ ਜਿਹੜਾ ਵੀ ਉੱਥੇ ਹੋਇਆ ਸਾਨੂੰ ਰਾਸ਼ਟਰਪਤੀ ਭਵਨ ਮਿਲਿਆ ਸੀ, ਉਹਦੇ ਸਪੁਰਦ ਕਰ ਆਣੇ। ਤੁਸੀਂ ਰਾਸ਼ਟਰਪਤੀ ਦੇ ਕੋਲੇ ਕਦੋਂ ਜਾ ਰਹੇ ਹੋ ਮੈਡਲ ਵਾਪਸ ਦੇਣ? ਹਾਂਜੀ ਸਰ, ਮੈਂ ਆਪਣੇ ਸ਼੍ਰੀ ਪ੍ਰੇਮ ਚੰਦ ਡੀਗਰਾ ਸਾਹਿਬ ਦੇ ਨਾਲ ਸੰਪਰਕ ਕਰਾਂਗਾ ਤੇ ਉਹਨਾਂ ਵੱਲੋਂ ਜੋ ਵੀ ਪਲੈਨਿੰਗ ਹੋਏਗੀ ਨੈਕਸਟ ਕਿ ਮੈਨੂੰ ਕਿੱਥੇ ਟਾਈਮ ਮਿਲਦਾ ਆ, ਰਾਸ਼ਟਰੀ ਭਵਨ ਮਿਲਦਾ ਆ ਜਾਂ ਉਹਨਾਂ ਨੂੰ ਮਿਲਿਆ ਆ, ਜੇ ਨਾ ਨਹੀਂ ਮਿਲਿਆ ਉਹਨਾਂ ਦੇ ਨਾਲ ਰਾਬਤਾ ਕਾਇਮ ਕਰਕੇ ਫੇਰ ਹੀ ਮੈਂ ਸਾਰਾ ਇਹ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਾਂਗਾ ਕਿ ਮੈਨੂੰ ਉੱਥੇ ਟਾਈਮ ਮਿਲਦਾ ਆ। ਬਟ ਮੈਂ ਇਹ ਆਪਣੇ ਸਾਰੀ ਅਚੀਵਮੈਂਟ, ਮੈਡਲ, ਟਰੋਫੀਆਂ, ਸਰਟੀਫਿਕੇਟ ਸਾਰੇ ਇਹ ਰਾਸ਼ਟਰਪਤੀ ਭਵਨ ਹੀ ਜਾ ਕੇ ਸਾਰੇ ਦੇ ਕੇ ਆਉਣੇ ਆ। ਤੇ ਮੈਂ ਇੱਕ ਵਿਰੋਧ ਕਰੂੰਗਾ ਉੱਥੇ ਜਾ ਕੇ ਕਿ ਮੈਂ ਮੰਗ ਵੀ ਰੱਖਾਂਗਾ ਕਿ ਰਾਸ਼ਟਰਪਤੀ ਜੀ ਨੂੰ ਕਿ ਜਲਦ ਤੋਂ ਜਲਦ ਮਾਰੂ ਜੋ ਹੈਗੇ ਆ ਆਰਡੀਨੈਂਸ, ਇਹ ਬਿੱਲ ਹੈਗੇ ਆ ਜੋ ਕਿਸਾਨਾਂ ਦੇ ਵਿਰੁੱਧ ਜਾਰੀ ਕੀਤੇ ਆ, ਉਹਨੂੰ ਜਲਦੀ ਤੋਂ ਜਲਦੀ ਵਾਪਸ ਲੈਣ। ਕੀ ਲੱਗ ਰਿਹਾ ਤੁਹਾਨੂੰ ਇਹ ਕਿਸਾਨ ਅੰਦੋਲਨ ਦੇਖ ਕੇ ਲੱਗ ਹੀ ਰਿਹਾ ਹੈਗਾ ਕਿਸਾਨਾਂ ਦੀ ਜਿੱਤ ਹੋ ਜਾਊਗੀ? ਕਿਉਂਕਿ ਦਬਾਅ ਦੇ ਵਿੱਚ ਸਰਕਾਰ ਬਹੁਤ ਆ ਚੁੱਕੀ ਹੈ। ਤੁਹਾਨੂੰ ਲੱਗਦਾ ਕਿ ਕਿਸਾਨਾਂ ਦੀ ਜਿੱਤ ਹੋ ਜਾਊਗੀ ਜਿਸ ਤਰ੍ਹਾਂ ਦੇ ਨਾਲ ਅੰਦੋਲਨ ਚੱਲ ਰਿਹਾ? ਹਾਂਜੀ ਸਰ, ਇਦਾਂ ਗੱਲ ਹੁੰਦੀ ਆ ਕਿ ਇਹ ਬਾਣੀ ਦੇ ਵਿੱਚ ਵੀ ਇੱਕ ਫਰਮਾਨ ਆਉਂਦਾ ਕਿ ਜਿਸ ਹੱਥ ਜ਼ੋਰ ਕਰ ਵੇਖੇ ਸੋਏ। ਹੁਣ ਮੋਦੀ ਸਰਕਾਰ ਆਪਣੇ ਬਲ ਦੇ ਵਿੱਚ ਆ, ਸਾਰੀ ਸੈਂਟਰ ਦੇ ਵਿੱਚ ਵੀ ਉਹਨਾਂ ਦੀ ਸਰਕਾਰ ਆ, ਉਹ ਮਤਲਬ ਕਿ ਕਿਸਾਨੀ ਨੂੰ ਇੱਕ ਦਬਾਉਣਾ ਚਾਹੁੰਦੀ ਆ ਕਿਸੇ ਨਾ ਕਿਸੇ ਤਰੀਕੇ ਨਾਲ। ਦੇਖੋ ਜੀ ਕਿੰਨੀਆਂ ਗੱਲਾਂ ਦੇ ਨਾਲ ਇਹ ਅੰਦੋਲਨ ਨੂੰ ਜੋੜਿਆ ਜਾ ਰਿਹਾ ਆ ਕਿ ਇਹ ਖਾਲਿਸਤਾਨੀ ਆ, ਇਹ ਇਦਾਂ ਆ ਉਦਾਂ ਆ, ਉਹਨੂੰ ਇੱਕ ਅਲੱਗ ਇਹ ਰੂਪ ਦਿੱਤਾ ਜਾ ਰਿਹਾ ਆ। ਪਰ ਦੇਖੋ ਤੁਸੀਂ ਇੱਥੇ ਕਿਸਾਨ ਜਿੰਨੇ ਵੀ ਬੈਠੇ ਆ, ਤੁਸੀਂ ਕਿਸੇ ਤੋਂ ਵੀ ਇੰਟਰਵਿਊ ਲੈ ਕੇ ਪੁੱਛ ਸਕਦੇ ਹੋ ਕਿ ਉਹ ਇੱਥੇ ਉਹਨਾਂ ਦਾ ਪਹੁੰਚਣ ਦਾ ਕਾਰਨ ਕੀ ਆ। ਉਹ ਆਪਣੇ ਕਿਸਾਨੀ ਦਾ ਦਰਦ ਲੈ ਕੇ ਆਏ ਆ, ਨਾ ਕਿ ਉਹ ਇੱਥੇ ਖਾਲਿਸਤਾਨ ਬਣਾਉਣ ਆਏ ਆ। ਇਹ ਇੱਕ ਗਲਤ ਪ੍ਰਚਾਰ ਕੀਤਾ ਜਾ ਰਿਹਾ, ਕਿਸਾਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਆ। ਪਰ ਹੁਣ ਇਸ ਗੱਲ ਨੂੰ ਲੈ ਕੇ ਕਿੰਨਾ ਹੌਸਲਾ ਹੈਗਾ ਕਿ ਕਿਸਾਨਾਂ ਦੀ ਆਵਾਜ਼ ਜਿਹੜੀ ਹੈ ਯੂਐਨਓ ਤੱਕ ਪਹੁੰਚ ਗਈ ਹੈ? ਇਹ ਕਦੇ ਇਸ ਤਰ੍ਹਾਂ ਦੇ ਨਾਲ ਹੋਇਆ ਨਹੀਂ ਕਦੇ ਵੀ ਅੰਦੋਲਨ ਇੰਨਾ ਵੱਡਾ ਹੋ ਜੇ ਕਿ ਯੂਐਨਓ ਤੱਕ ਕਿਸੇ ਅੰਦੋਲਨ ਦੀ ਆਵਾਜ਼ ਰੱਖੀ ਜਾਏ। ਇੰਟਰਨੈਸ਼ਨਲ ਲੈਵਲ ਤੇ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ, ਹੋਰ ਕਈ ਮੁਲਕ ਨੇ ਜਿੱਥੇ ਅੱਜ ਕਿਸਾਨ ਅੰਦੋਲਨ ਦੀ ਗੱਲ ਕੀਤੀ ਜਾ ਰਹੀ ਹੈ। ਜਿਹੜੀ ਚਿਣਕ ਪੰਜਾਬ ਤੋਂ ਲੱਗੀ ਸੀ ਉਹ ਦੁਨੀਆ ਭਰ ਦੇ ਵਿੱਚ ਹੁਣ ਪਹੁੰਚ ਗਈ ਹੈ। ਹਾਂਜੀ, ਇਹ ਜੋ ਚਿਣਕ ਲੱਗੀ ਸੀ ਇੱਕ ਪੰਜਾਬ ਤੋਂ ਹੀ ਲੱਗੀ ਸੀਗੀ। ਜਦੋਂ ਰੇਲ ਰੋਕੋ ਅੰਦੋਲਨ ਸ਼ੁਰੂ ਹੋਇਆ ਸੀਗਾ, ਇਹ ਉੱਥੋਂ ਇਹ ਚਿਣਕ ਲੱਗੀ ਸੀਗੀ ਤੇ ਹੁਣ ਇਹ ਧੁਖਦੀ ਦੇਖੋ ਵੀ ਦਿੱਲੀ ਤੱਕ ਪਹੁੰਚ ਗਈ ਹੈ। ਦਿੱਲੀ ਤੋਂ ਅੱਗੇ ਇਹ ਪੂਰੇ ਵਰਲਡ ਦੇ ਵਿੱਚ ਇਹ ਇੱਕ ਕਹਿ ਸਕਦੇ ਆ ਕਿ ਅੰਦੋਲਨ ਹੁਣ ਇੱਕ ਇਹਨੂੰ ਵੱਡਾ ਨਾਂ ਦਿੱਤਾ ਜਾ ਸਕਦਾ ਆ ਇਸ ਅੰਦੋਲਨ ਨੂੰ, ਕਿ ਬਹੁਤ ਵਰਲਡ ਲੈਵਲ ਤੇ ਗੱਲ ਹੋ ਗਈ ਆ ਕਿ ਉੱਥੋਂ ਤੱਕ ਪਹੁੰਚ ਗਈ ਆ ਕਿ ਇਹ ਜਿਹੜਾ ਅੰਦੋਲਨ ਆ, ਦੇਖੋ ਤੁਸੀਂ ਕੈਨੇਡਾ, ਅਮਰੀਕਾ, ਇੰਗਲੈਂਡ ਦੇ ਵਿੱਚ ਵੀ ਦੇਖਦੇ ਹੋ ਕਿੰਨੀਆਂ ਵੱਡੀਆਂ ਹਾਈ ਲੈਵਲ ਤੱਕ ਰੈਲੀਆਂ ਹੋ ਰਹੀਆਂ। ਉੱਥੋਂ ਵੀ ਇਹੀ ਮੰਗ ਹੋ ਰਹੀ ਆ ਕਿ ਇਹ ਮਾਰੂ ਜਿਹੜੇ ਕਿਸਾਨਾਂ ਦੇ ਉੱਤੇ ਥੋਪੇ ਗਏ ਆ ਬਿੱਲ, ਉਹਨਾਂ ਨੂੰ ਜਲਦ ਤੋਂ ਜਲਦ ਰੱਦ ਕੀਤਾ ਜਾਵੇ। ਤੁਹਾਨੂੰ ਕੀ ਲੱਗ ਰਿਹਾ ਹੈਗਾ
ਕਿਉਂਕਿ ਇੱਕ ਪਾਸੇ ਇਹ ਵੀ ਚੀਜ਼ ਹੋ ਰਹੀ ਹੈ ਵੀ ਗੱਲਬਾਤ ਵੀ ਚੱਲ ਰਹੀ ਹੈ, ਮੀਟਿੰਗਾਂ ਹੋ ਰਹੀਆਂ, ਦੂਜੇ ਪਾਸੇ ਬਾਹਰ ਬੈਰੀਕੇਡ ਵੱਧ ਰਿਹਾ, ਸਿਕਿਉਰਿਟੀ ਵੱਧ ਰਹੀ ਹੈਗੀ ਹੈ। ਉਸ ਚੀਜ਼ ਨੂੰ ਲੈ ਕੇ ਵੀ ਕਿਤੇ ਖਦਸ਼ਾ ਹੈਗਾ ਕਿ ਪਤਾ ਨਹੀਂ ਸਰਕਾਰ ਦੀ ਮਨਸ਼ਾ ਕੀ ਹੈਗੀ ਹੈ, ਇੱਥੇ ਹਿੰਸਾ ਹੋ ਸਕਦੀ ਹੈ। ਹਾਂਜੀ, ਇਹ ਤੇ ਗੱਲ ਤੁਹਾਡੀ ਸਹੀ ਆ ਕਿ ਇਹ ਹੁਣ ਸਰਕਾਰ ਕੋਈ ਹਿੰਸਕ ਕਦਮ ਚੁੱਕ ਸਕਦੀ ਹੈ ਕਿਉਂਕਿ ਸਿਕਿਉਰਿਟੀ ਚਾਰ ਚਫੇਰੇ ਲੱਗ ਰਹੀ ਹੈ, ਬੈਰੀਕੇਡ ਵੱਧ ਰਹੇ ਨੇ। ਅਸੀਂ ਪਹਿਲੇ ਵੀ ਦੈਨਿਕ ਸਵੇਰਾ ਦੇ ਸਾਰੇ ਦਰਸ਼ਕਾਂ ਨੂੰ ਦਿਖਾ ਚੁੱਕੇ ਹਾਂ। ਕਿਤੇ ਕਿਤੇ ਗੱਲਾਂ ਇਹ ਵੀ ਹੁੰਦੀਆਂ ਕਿ ਸਰਕਾਰ ਦੀ ਨੀਅਤ ਤੇ ਸ਼ੱਕ ਵੀ ਹੈਗਾ। ਹਾਂਜੀ, ਬਿਲਕੁਲ ਤੁਹਾਡਾ ਬਹੁਤ ਵਧੀਆ ਮੈਨੂੰ ਕੁਐਸਚਨ ਕੀਤਾ ਗਿਆ ਆ। ਇਹ ਸਰਕਾਰ ਦਾ ਹੁਣ ਪਹਿਲਾ ਫਰਜ਼ ਬਣਦਾ ਆ ਕਿ ਜਿਹੜਾ ਇਹ ਅੰਦੋਲਨ ਚੱਲ ਰਿਹਾ ਆ ਇਹਨੂੰ ਹੁਣ ਖਤਮ ਕਰਨਾ ਸਰਕਾਰ ਦਾ ਫਰਜ਼ ਬਣਦਾ ਆ। ਦੇਖੋ ਜੀ, ਇਹ ਅੰਦੋਲਨ ਦੇ ਵਿੱਚ ਹੁਣ ਕਈ ਸ਼ਰਾਰਤੀ ਅੰਸਰ ਵੀ ਵਿੱਚ ਘੁੰਮ ਰਹੇ ਆ, ਉਹ ਕੁਝ ਵੀ ਕਰ ਸਕਦੇ ਆ, ਕਿਸਾਨਾਂ ਨੂੰ ਬਦਨਾਮ ਵੀ ਕਰ ਰਹੇ ਆ। ਇੱਕ ਦੋ ਦੇਖੋ ਵੀ ਕਿਸਾਨਾਂ ਦੇ ਇੱਥੋਂ ਤੱਕ ਕਿ 2 ਟਰੈਕਟਰ ਇੱਕ ਕਿਸਾਨ ਦਾ ਜਲਾ ਦਿੱਤਾ ਗਿਆ, ਇੱਕ ਗੱਡੀ ਦੇ ਵਿੱਚ ਕਿਸਾਨ ਨੂੰ ਜਲਾ ਦਿੱਤਾ ਗਿਆ ਆ। ਉਹ ਇਹ ਸ਼ਰਾਰਤੀ ਅੰਸਰਾਂ ਦਾ ਹੀ ਕੰਮ ਆ ਜੀ। ਇਹ ਮਤਲਬ ਕਿ ਜੇ ਸਰਕਾਰ ਨੂੰ ਇਹੀ ਮੰਗ ਕਰਦਾ ਆ ਕਿ ਇਹ ਅੰਦੋਲਨ ਨੂੰ ਜਲਦ ਤੋਂ ਜਲਦ ਖਤਮ ਕੀਤਾ ਜਾਵੇ ਤੇ ਜਿਹੜਾ ਆਪਣਾ ਕਿਸਾਨਾਂ ਦਾ ਜਿਹੜਾ ਹੱਕ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਦਿੱਤਾ ਜਾਵੇ। ਇਸ ਅੰਦੋਲਨ ਦੀ ਇੱਕ ਬੜੀ ਖੂਬਸੂਰਤੀ ਰਹੀ ਹੈ ਕਿ ਮਹਿਲਾਵਾਂ ਦੀ ਬੜੀ ਜ਼ਬਰਦਸਤ ਸ਼ਮੂਲੀਅਤ ਰਹੀ ਹੈ, ਨਾ ਸਿਰਫ ਪੰਜਾਬ ਹਰਿਆਣਾ ਲਈ ਬਲਕਿ ਦੇਸ਼ ਭਰ ਤੋਂ ਮਹਿਲਾਵਾਂ ਵੀ ਇਸ ਅੰਦੋਲਨ ਦੇ ਵਿੱਚ ਪਹੁੰਚ ਰਹੀਆਂ ਨੇ। ਤੁਸੀਂ ਮਹਿਲਾਵਾਂ ਦੀ ਇਸ ਅੰਦੋਲਨ ਦੇ ਵਿੱਚ ਸ਼ਮੂਲੀਅਤ ਨੂੰ ਕਿਵੇਂ ਦੇਖਦੇ ਹੋ, ਔਰ ਇੱਕ ਮਹਿਲਾ ਹੋਣ ਦੇ ਨਾਤੇ ਜਿਸ ਤਰ੍ਹਾਂ ਦਾ ਕਮੈਂਟ ਕੰਗਨਾ ਰਣੌਤ ਵੱਲੋਂ ਪੰਜਾਬ ਦੀਆਂ ਬਜ਼ੁਰਗ ਮਹਿਲਾਵਾਂ ਨੂੰ ਲੈ ਕੇ ਕੀਤਾ ਗਿਆ, ਉਹਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ? ਇਹ ਸਵਾਲ ਮੈਂ ਤੁਹਾਨੂੰ ਇਸ ਲਈ ਕਰ ਰਿਹਾ ਕਿਉਂਕਿ ਇੱਕ ਮਹਿਲਾ ਦਾ 50% ਦਾ ਯੋਗਦਾਨ ਹੈਗਾ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਵੀ ਹੈਗਾ, ਔਰ ਹੁਣ ਵੀ ਅੱਧੇ ਉਹਨਾਂ ਦੇ ਮੈਡਲ ਜਾਂ ਅੱਧੀਆਂ ਉਪਲਬਧੀਆਂ ਜਿਹੜੀਆਂ ਅਵਾਰਡ ਤੁਸੀਂ ਹੱਥ 'ਚ ਲੈ ਕੇ ਬੈਠੇ ਹੋ। ਹਾਂਜੀ, ਇਹ ਤੇ ਹੁੰਦਾ ਹੈ। ਹੁਣ ਤੁਹਾਨੂੰ ਵੀ ਪਤਾ ਕਿ ਲੇਡੀ ਅੱਜ ਦੇ ਜ਼ਮਾਨੇ 'ਚ ਜੈਂਟਸ ਦੇ ਨਾਲ ਮੋਢਾ ਜੋੜ ਕੇ ਚੱਲ ਰਹੀ ਹੈ। ਬਟ ਜਿਹੜਾ ਸਵਾਲ ਕੰਗਨਾ ਰਣੌਤ ਨੇ ਉਠਾਇਆ ਹੈ, ਮੈਂ ਤੇ ਇੱਕੋ ਗੱਲ ਕਹਿਣਾ ਚਾਹੁੰਦੀ ਹਾਂ ਕਿ ਕੰਗਣਾ ਦੇ ਅਸੀਂ ਕੰਗਣ ਬਣਾ ਕੇ ਹੀ ਫਿਰ ਵੇਚ ਦੇਣੇ ਨੇ। ਉਹ ਲੇਡੀ ਨੇ ਐਵੇਂ ਦਾ ਸਵਾਲ ਕਿਵੇਂ ਚੱਕ ਲਿਆ? ਸਾਡੇ ਪੰਜਾਬ ਦੀਆਂ ਮਾਤਾ ਸਾਹਿਬ ਕੌਰ, ਮਾਤਾ ਸੁੰਦਰੀ ਜੀ, ਮਾਤਾ ਜੀਤਾ ਜੀ, ਠੀਕ ਹੈ ਜੀ, ਜਿਹੜੀਆਂ ਬੀਬੀਆਂ ਨੇ ਆਪਣਾ ਬਹੁਤ ਜ਼ਿਆਦਾ ਯੋਗਦਾਨ ਪਾਇਆ, ਠੀਕ ਹੈ ਜੀ। ਲੇਡੀਜ਼ ਤੋਂ ਬਿਨਾ ਕੋਈ ਵੀ ਜੰਗ ਜਿੱਤਣੀ ਸੌਖੀ ਨਹੀਂ ਹੈ ਕਿਉਂਕਿ ਲੇਡੀਜ਼ ਆਪਣਾ ਸਹਿਯੋਗ ਹਰ ਪਲ ਹਰ ਵਕਤ ਦਿਖਦੀਆਂ ਰਹੀਆਂ ਹੈ। ਜਿਵੇਂ ਝਾਂਸੀ ਦੀ ਰਾਣੀ ਅੱਗੇ ਹੋ ਕੇ ਲੜੇ, ਠੀਕ ਹੈ। ਅੱਜ ਦੇ ਜ਼ਮਾਨੇ 'ਚ ਲੇਡੀ ਕੋਈ ਪਿੱਛੇ ਨਹੀਂ ਹੈ, ਠੀਕ ਹੈ ਜੀ। ਅਸੀਂ ਆਪ ਖੁਦ ਸਹਿਯੋਗ ਦੇਣ ਲਈ ਮੈਂ ਖੁਦ ਇੱਥੇ ਆਈ ਹਾਂ ਆਪਣੇ ਹਸਬੈਂਡ ਦੇ ਨਾਲ। ਮੈਂ ਕਿ ਮੈਂ ਨਾਲ ਜਾਣਾ ਹੈ ਕਿਉਂਕਿ ਅਸੀਂ ਵੀ ਕਿਸਾਨੀ ਪਰਿਵਾਰ 'ਚੋਂ ਹੈਗੇ ਆ। ਸਾਡਾ ਕੰਟਰੀਬਿਊਸ਼ਨ ਜ਼ਰੂਰੀ ਹੈਗਾ ਬਹੁਤ। ਲੇਡੀਜ਼ ਦਾ ਕੰਟਰੀਬਿਊਸ਼ਨ ਬਹੁਤ ਜ਼ਰੂਰੀ ਹੈ। ਨੇ ਹੀਰਾ ਸਿੰਘ, ਉਹਨਾਂ ਦੀ ਪਤਨੀ ਹੀਰਾ ਸਿੰਘ ਕਹਿ ਰਹੇ ਨੇ ਕਿ ਮੈਨੂੰ ਅਵਾਰਡ ਜਿੱਤਣ ਤੇ ਇੰਨੀ ਖੁਸ਼ੀ ਨਹੀਂ ਹੋਈ ਸੀ ਜਿੰਨਾ ਦੁੱਖ ਕਿਸਾਨ ਵਿਰੋਧੀ ਬਿੱਲ ਪਾਸ ਕਰਨ ਤੇ ਹੋਇਆ। ਏਸ਼ੀਅਨ 골ਡ ਮੈਡਲਿਸਟ ਨੇ ਸਾਰੇ ਅਵਾਰਡ ਵਾਪਸ ਕਰਨ ਜਾ ਰਹੇ ਨੇ ਕੇਂਦਰ ਸਰਕਾਰ ਨੂੰ, ਔਰ ਉਹਨਾਂ ਦੀ ਪਤਨੀ ਨੇ ਵੀ ਬੜੀ ਖੂਬਸੂਰਤ ਗੱਲ ਕਹੀ ਹੈ ਕਿ ਕੋਈ ਵੀ ਜੰਗ ਜਿਹੜੀ ਹੈ ਮਹਿਲਾਵਾਂ ਦੀ ਸ਼ਮੂਲੀਅਤ ਤੋਂ ਬਿਨਾਂ ਜਿੱਤੀ ਨਹੀਂ ਜਾ ਸਕਦੀ। ਕੈਮਰਾਮੈਨ ਪਵਨ ਦੇ ਨਾਲ ਪਮਿਲ ਪਾਟਿਆ, ਦੈਨਿਕ ਸਵੇਰਾ, ਦਿੱਲੀ। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित, मौलवी, बेगम, तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647, 84 374 94 648।